ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਆਪਾਂ ਪੰਜਾਬ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਸੱਜ ਨਾਲ ਅੱਜ ਦੇ ਦਿਨ ਸੋਮਵਾਰ ਦੇ ਦਿਨ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਰੂਬਰੂ ਹੁੰਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀ ਆਇਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਕੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਦੇ ਪਰਿਵਾਰ ਸੈਨ ਹੋਜ਼ੇ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272-5200 408-272-5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਸਕੂਲ ਦੇ ਵਿੱਚ ਬੰਬ ਹੋਣ ਦੀ ਅਫਵਾਹ ਨੇ ਜਿਹੜਾ ਜੀ ਵਕਤ ਪਾਇਆ। ਵਿਦਿਆਰਥਣਾਂ ਨੇ ਕਹਿੰਦੇ ਆ ਜੀ ਪੇਪਰਾਂ ਤੋਂ ਬਚਣ ਲਈ ਕੀਤਾ ਸੀ ਅਜਿਹਾ। ਜਿਵੇਂ ਹੀ ਪਠਾਨਕੋਟ ਹਮਲਾ ਹੋ ਕੇ ਹਟਿਆ ਜੀ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਸਾਹਮਣੇ ਆਈਆਂ। ਬੜੀ ਥਾਂ ਤੋਂ ਇਹ ਚੀਜ਼ਾਂ ਸਾਹਮਣੇ ਆਈਆਂ ਕਿ ਕਿਸੇ ਨੇ ਕਹਿਤਾ ਜੀ ਇੱਧਰੋਂ ਲੰਘੇ ਜਾਂਦੇ ਸੀ ਸ਼ੱਕੀ, ਉਹ ਬੜੇ ਤਿਬੜੀ ਹੈ ਜਿਹੜਾ ਗੁਰਦਾਸਪੁਰ ਦੇ ਨਾਲ ਲੱਗਦਾ ਇਲਾਕਾ, ਉਹਦੇ ਵਿੱਚ ਤੇ 5-6 ਦਿਨ ਜਿਹੜਾ ਮਿਲਟਰੀ ਆਪਰੇਸ਼ਨ ਚੱਲਦਾ ਰਿਹਾ। ਉਹ ਕਿਸੇ ਨੇ ਕਹਿ ਦਿੱਤਾ ਜੀ ਮੈਂ ਗੰਨੇ ਦੇ ਖੇਤ 'ਚ 4 ਬੰਦੇ ਸ਼ੱਕੀ ਬੜੇ ਵੇਖੇ ਆ। ਸੋ ਇਹ ਬੜੀਆਂ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ। ਪਰ ਕੱਲ੍ਹ ਵਾਲੀ ਜਿਹੜੀ ਘਟਨਾ ਆ ਉਹ ਇਸ ਕਰਕੇ ਜ਼ਿਆਦਾ ਸੀਰੀਅਸ ਲਈ ਗਈ, ਜ਼ਿਆਦਾ ਗੰਭੀਰਤਾ ਨਾਲ ਲਈ ਗਈ ਕਿਉਂਕਿ ਸਕੂਲ ਨਾਲ ਜੁੜੀ ਸੀ। ਕੋਈ ਫੋਨ ਆਇਆ ਰਿਸੈਪਸ਼ਨ 'ਤੇ ਕਿ ਭਾਈ ਤੁਹਾਡੇ ਸਕੂਲ 'ਚ ਬੰਬ ਹੈ, 11 ਵਜੇ ਫਟ ਜਾਣਾ। ਰਿਸੈਪਸ਼ਨਿਸਟ ਸੀਗੀ ਜਿਹੜੀ, ਉਹਨੇ ਪ੍ਰਿੰਸੀਪਲ ਨੂੰ ਦੱਸਿਆ। ਉਹਨੇ ਪ੍ਰਿੰਸੀਪਲ ਨੇ DC ਦਫ਼ਤਰ ਕਾਲ ਕੀਤੀ, ਛੁੱਟੀ ਕਰ ਦਿੱਤੀ ਗਈ। 4 ਘੰਟੇ ਉਹ ਆਪਰੇਸ਼ਨ ਚੱਲਿਆ, ਸਰਚ ਆਪਰੇਸ਼ਨ ਸੀਗਾ ਜਿਹੜਾ। ਉਸ ਤੋਂ ਬਾਅਦ ਜਦੋਂ ਕੁਛ ਵੀ ਨਹੀਂ ਮਿਲਿਆ, ਉੱਥੋਂ ਕੱਖ ਵੀ ਨਹੀਂ ਲੱਭਾ, ਤੇ ਫਿਰ ਜਾਂਚ ਜਿਹੜੀ ਉਸ ਕਾਲ ਦੀ ਕੀਤੀ ਗਈ। ਤੇ ਉਹ ਕਾਲ ਜਿਹੜੀ ਨਾਲ ਪਿੰਡ, ਇਹ ਪਿੰਡ ਸੀਗਾ ਜਿੱਥੇ ਸਕੂਲ ਸੀ ਉਹ ਪੰਡੋਰੀ ਖਜੂਰਾ ਸੀਗਾ, ਤੇ ਨਾਲ ਪਿੰਡ ਸੀ ਕੋਈ ਲਾਚੋਵਾਲ, ਉੱਥੋਂ ਕਾਲ ਆਈ ਸੀਗੀ ਲਾਚੋਵਾਲ ਪਿੰਡ ਤੋਂ। ਜਦੋਂ ਗਹਿਰਾਈ ਨਾਲ ਖੰਗਾਲੀ ਗਈ ਤੇ ਉਹ ਕਾਲ ਜਿਹੜੀ ਸੀਗੀ, ਹਾਲਾਂਕਿ ਜਿਹੜੀ ਉਹਦੀ ਆਇਡੈਂਟੀ ਹੈ ਉਸ ਨੰਬਰ ਦੀ ਸਿਮ ਦੀ, ਉਹ ਫਰਜ਼ੀ ਪਾਈ ਗਈ। ਪਰ ਜਿਹੜੀ ਕਾਲ ਉਹ ਟਰੇਸ ਕਰ ਲਈ ਗਈ ਕਿ ਕਾਲ ਜਿਹੜੀ ਸੀਗੀ ਉਹ ਸਕੂਲ ਦੇ ਵਿੱਚ ਪੜ੍ਹਨ ਵਾਲੀਆਂ 2 ਵਿਦਿਆਰਥਣ ਭੈਣਾਂ ਦਾ ਉਹ ਕੰਮ ਸੀਗਾ। ਉਹਨਾਂ ਨੇ ਇੱਕ ਪੇਪਰ ਸੀਗਾ ਉਸ ਸਕੂਲ ਦੇ ਵਿੱਚ, ਕੋਈ ਸਪਲੀਮੈਂਟਰੀ ਪੇਪਰ ਸੀਗਾ ਇੰਟਰਨਲ, ਕੋਈ ਕੰਪਿਊਟਰ ਵਗੈਰਾ ਦਾ। ਉਹਦੇ ਤੋਂ ਬਚਣ ਲਈ ਇਹ ਸਾਰੀ ਘਾੜਤ ਘੜੀ, ਇਸ ਸਾਰੀ ਚੀਜ਼ ਨੂੰ ਪਲਾਨ ਕਰਕੇ ਉਹਨਾਂ ਨੇ ਕਾਲ ਕੀਤੀ। ਸੋ ਹੁਣ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ ਨਾਬਾਲਗ ਨੇ ਔਰ ਸ਼ਾਇਦ ਅਣਜਾਣੇ 'ਚ ਗਲਤੀ ਕੀਤੀ ਹੈ। ਪਰ ਇਹ ਜੋ ਅਫਵਾਹਾਂ ਦਾ ਦੌਰ ਚੱਲਿਆ, ਇਹਦੇ ਨਾਲ ਕਾਫੀ ਕੁਝ ਵੇਸਟ ਹੋਇਆ। ਸਿਕਿਉਰਿਟੀ ਫੋਰਸਿਸ ਨੇ ਉਹਨਾਂ ਦੀ ਜਿਹੜੀ ਊਰਜਾ ਉਹ ਵੀ ਵੇਸਟ ਹੁੰਦੀ ਹੈ। ਇੱਕ ਮਾਹੌਲ ਹੈ ਜਿਹੜਾ ਉਸ ਇਲਾਕੇ 'ਚ ਤਣਾਅ ਵਾਲਾ ਬਣ ਜਾਂਦਾ ਹੈ। ਤੀਜੀ ਗੱਲ ਕਿ ਜਿਹੜਾ ਲੋਕਾਂ ਦਾ ਸਰਮਾਇਆ ਉਹ ਵੀ ਜਿਹੜਾ ਵਿਅਰਥ ਜਾਂਦਾ ਹੈ। ਸੋ ਮੈਨੂੰ ਲੱਗਦਾ ਕਿ ਕਾਰਵਾਈ ਦੇ ਨਾਲੋਂ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੂਲਾਂ ਦੇ ਵਿੱਚ ਥੋੜ੍ਹੀਆਂ ਡਰਿੱਲਾਂ ਕੀਤੀਆਂ ਜਾਣ। ਇਹਨਾਂ ਬੱਚਿਆਂ ਨੂੰ ਦੱਸਿਆ ਜਾਵੇ ਕਿ ਤੁਹਾਡਾ ਜਿਹੜਾ ਇੱਕ ਬਹਾਨਾ, ਤੁਹਾਡਾ ਕੋਈ ਛੋਟਾ ਜਿਹਾ ਘੜਿਆ ਝੂਠ ਹੈ ਜਿਹੜਾ, ਉਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਵਕਤ ਪਾ ਸਕਦਾ ਹੈ, ਬਹੁਤ ਵੱਡਾ ਪੰਗਾ ਖੜਾ ਕਰ ਸਕਦਾ। ਸੋ ਇਹਨਾਂ ਤੋਂ ਬਚਣਾ ਚਾਹੀਦਾ ਜੀ। ਬਿਲਕੁਲ ਬਿਲਕੁਲ। ਤੇ ਅਗਲੀ ਮਿੰਟੂ ਜੀ ਆਪਾਂ ਗੱਲਬਾਤ ਕਰਦੇ ਹਾਂ ਵੀ ਮਹਾਰਾਸ਼ਟਰ 'ਚ ਪਿਕਨਿਕ ਮਨਾਉਣ ਗਏ ਸੀਗੇ ਵਿਦਿਆਰਥੀ, 14 ਜਾਣੇ ਡੁੱਬ ਕੇ ਉਹਨਾਂ ਦੀ ਮੌਤ ਹੋਈ। ਬੜੀ ਦੁਖਦਾਈ ਖਬਰ ਹੈ ਜੀ ਇਹ ਕਿ 14 ਸਟੂਡੈਂਟ ਹੈ ਜਿਹੜੇ ਉਹ ਡੁੱਬ ਗਏ ਸਮੁੰਦਰ ਦੇ ਵਿੱਚ। 4 ਹਾਲੇ ਲਾਪਤਾ ਆ। ਉਹਨਾਂ ਦਾ ਪਤਾ ਨਹੀਂ ਕਿ ਜ਼ਿੰਦਗੀ ਉਹ ਆਉਣਗੇ ਦੁਬਾਰਾ ਵਾਪਸ ਕਿ ਨਹੀਂ, ਉਹ ਵੀ ਲਾਸ਼ ਦੇ ਰੂਪ 'ਚ ਹੀ ਮਿਲਣਗੇ, ਹਾਲੇ ਕੁਛ ਨਹੀਂ ਕਿਹਾ ਜਾ ਸਕਦਾ। ਇਹ ਕੁੱਲ 150 ਦੇ ਕਰੀਬ ਇਹ ਸਟੂਡੈਂਟ ਤੇ ਜਿਹੜਾ ਇਹਨਾਂ ਦਾ ਕੋਈ ਸਟਾਫ ਸੀ ਕਾਲਜ ਦਾ, ਪੂਨੇ ਦਾ ਕਾਲਜ ਸੀਗਾ, ਉਸ ਕਾਲਜ ਦਾ 10 ਮੈਂਬਰੀ ਸਟਾਫ ਨਾਲ ਸੀਗਾ। 150 ਦੇ ਕਰੀਬ ਇਹ ਵਿਦਿਆਰਥੀਆਂ ਦਾ ਗਰੁੱਪ ਸੀ ਜਿਹੜਾ ਰਾਏਗੜ੍ਹ ਮੰਡੂਰ ਜਿਹੜਾ ਉਹ ਪਿਕਨਿਕ ਸਪੋਟ ਹੈ ਜਿਹੜਾ ਬੀਚ ਤੇ, ਉੱਥੇ ਪਿਕਨਿਕ ਮਨਾਉਣ ਗਏ ਸੀਗੇ, ਜਿੱਥੇ ਕੁਛ ਵਿਦਿਆਰਥੀ ਹੈ ਜਿਹੜੇ ਉਹ ਲਹਿਰਾਂ ਦੇ ਵਿੱਚ ਉਤਰ ਗਏ, ਤੈਰਨ ਲੱਗ ਪਏ। ਤੇ ਜਿਹੜੀਆਂ ਲਹਿਰਾਂ ਸੀਗੀਆਂ, ਤੁਹਾਨੂੰ ਪਤਾ ਸਮੁੰਦਰ ਦੀਆਂ ਲਹਿਰਾਂ ਦਾ ਕੋਈ ਵਸਾ ਨਹੀਂ, ਕੋਈ ਭਰੋਸਾ ਨਹੀਂ ਕਦੋਂ ਇਹਨਾਂ ਨੇ ਵੱਧ ਘੱਟ ਜਾਣਾ। ਉਹ ਲਹਿਰਾਂ ਜਿਹੜੀਆਂ ਸੀਗੀਆਂ ਉਹ ਖਤਰਨਾਕ ਹੋ ਗਈਆਂ ਤੇ ਉਹਦੇ ਵਿੱਚ ਇਹ ਵਹਿ ਗਏ।
ਹੁਣ ਜਿਹੜੇ ਕਾਲਜ ਵਾਲੇ ਆ ਉਹ ਕਹਿ ਰਹੇ ਆ ਕਿ ਉੱਥੇ ਜਿਹੜੇ ਤਟੀ ਰੱਖਕ ਕਹਿ ਦਿੰਦੇ ਆਪਾਂ, ਜਿਹੜੇ ਉੱਥੇ ਸਾਹਿਲ ਰੱਖਿਅਕ ਹੁੰਦੇ ਆ, ਉਹ ਕਹਿੰਦੇ ਕਿ ਉਹ ਨਹੀਂ ਸੀਗੇ ਜਿਹੜੇ ਮੌਜੂਦ ਉੱਥੋਂ ਦੇ ਤੱਟ ਤੇ ਜਿਨ੍ਹਾਂ ਦੀ ਡਿਊਟੀ ਸੀਗੀ। ਪਰ ਤੱਟ ਵਾਲੇ ਕਹਿੰਦੇ ਆ ਕਿ ਜੀ ਉੱਥੇ ਸਾਡੇ ਮੁਲਾਜ਼ਮ ਪਹੁੰਚੇ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਖੈਰ ਜੋ ਵੀ ਹੋਵੇ, ਇਹੋ ਜਿਹੀ ਘਟਨਾ ਜਿਹੜੀ ਉਹਦੇ ਪਿੱਛੇ ਲਾਪਰਵਾਹੀ ਕਿਤੇ ਨਾ ਕਿਤੇ ਹੁੰਦੀ ਹੈ। ਪਿੱਛੇ ਅਸੀਂ ਦੇਖਿਆ ਸੀ ਪਿਛਲੇ ਸਾਲ ਪਿਕਨਿਕ ਮਨਾਉਣ ਆਏ ਹੈਦਰਾਬਾਦ ਤੋਂ ਹਿਮਾਚਲ ਦੇ ਵਿੱਚ ਇੱਕ ਨਦੀ ਦੇ ਵਿੱਚ, ਸੁੱਕੀ ਨਦੀ ਸੀਗੀ, ਉਹਦੇ ਵਿੱਚ ਉਤਰ ਗਏ ਵਿਦਿਆਰਥੀਆਂ ਦਾ ਗਰੁੱਪ ਤੇ ਉਹ ਪਿੱਛੋਂ ਜਿਹੜਾ ਪਾਣੀ ਛੱਡ ਦਿੱਤਾ ਗਿਆ ਤੇ ਕਿੰਨੇ ਵਿਦਿਆਰਥੀ, ਸ਼ਾਇਦ ਇਹ ਤੋਂ ਵੀ ਦੁੱਗਣੇ ਵਿਦਿਆਰਥੀ ਸੀਗੇ, ਉਹ ਰੁੜ ਗਏ ਸੀ ਹੈਦਰਾਬਾਦ ਦੇ ਸੀ, ਆਂਧਰਾ ਪ੍ਰਦੇਸ਼ ਦੇ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ, ਪਿਕਨਿਕਾਂ ਜਿਹੜੀਆਂ, ਇਹ ਜਿਹੜੇ ਉੱਥੋਂ ਦੇ ਪ੍ਰਬੰਧਨ ਨੇ, ਕਾਲਜ ਦੇ ਪ੍ਰਬੰਧਨ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹੋ ਜਿਹੀਆਂ ਜਗ੍ਹਾ ਤੇ ਵਿਦਿਆਰਥੀਆਂ ਦਾ ਟੂਰ ਨਾ ਲਵਾਇਆ ਜਾਵੇ ਜਿੱਥੇ ਘੁੰਮਣ ਗਏ ਵਿਦਿਆਰਥੀ ਕਦੇ ਪਰਤ ਹੀ ਨਾ ਆਉਣ। ਸੋ ਇਹੋ ਜਿਹੀ ਜੋਖਮ ਵਾਲੀ ਜਗ੍ਹਾ ਤੋਂ ਬਚਣਾ ਚਾਹੀਦਾ। ਇਹਦਾ ਕੰਮ ਤੇ ਇਹ ਹੈ ਕਿ ਲਾਜ ਨਾਲੋਂ ਪਰਹੇਜ਼ ਚੰਗਾ ਹੈ। ਜੀ ਜੀ ਬਿਲਕੁਲ, ਇਹ ਤਾਈਓ ਕਿਹਾ ਜਾਂਦਾ ਹੈ। ਤੇ ਅਗਲੀ ਆਪਾਂ ਜੇ ਗੱਲ ਕਰੀਏ ਕਮੇਟੀ ਦੇ ਜਿਹੜੇ ਮੁੱਖ ਸਕੱਤਰ ਦਾ ਜਿਹੜਾ ਮਾਮਲਾ ਆ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਪਹੁੰਚਿਆ ਜੀ। ਇਹਨਾਂ ਨੂੰ ਕਿਹਾ ਜਾਂਦਾ ਜੀ 3 ਲੱਖੀਆ ਮੁੱਖ ਸਕੱਤਰ ਜਿਹੜਾ ਮਿਲਿਆ ਕਮੇਟੀ ਨੂੰ, 3 ਲੱਖੀਆ ਮੁੱਖ ਸਕੱਤਰ ਹੈ। ਤੇ ਇਹਦਾ ਜਿਹੜਾ 3 ਲੱਖੀਆ ਵਾਲਾ ਰੁਤਬਾ ਹੈ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ, ਪਿਛਲੇ ਸਾਲ ਤੋਂ ਲੈ ਕੇ ਪਿੱਛੇ ਜੇ ਤੇ ਇਹਨਾਂ ਦੀ ਕੋਠੀ ਵੀ ਚਰਚਾ ਦੇ ਵਿੱਚ ਆ ਗਈ ਸੀਗੀ, ਜਿਹਦਾ ਕਿਰਾਇਆ ਹੀ ਜਿਹੜਾ 40,000 ਰੁਪਇਆ ਦਿੱਤਾ ਜਾ ਰਿਹਾ ਸੀਗਾ। ਹੁਣ ਇਹਦੀ ਜਿਹੜੀ ਨਿਯੁਕਤੀ ਹੈ ਉਹ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ ਜਿਹੜਾ, ਉਹ ਜਿਹਦਾ ਸਾਰਾ ਪ੍ਰਬੰਧ ਹੈ, ਇਹਨਾਂ ਦਾ ਜਿਹੜਾ ਸਾਰਾ ਸੰਵਿਧਾਨ ਹੈ ਜੋ ਉਹਨਾਂ ਦੇ ਮੁਤਹਿਦੇ ਮੁਤਲਕ ਚੱਲਦਾ, ਜਿਹੜਾ ਉੱਥੇ ਪਹੁੰਚ ਗਈ ਹੈ। ਇਹ ਸਾਰੀ ਨਿਯੁਕਤੀ ਦੀ ਜਿਹੜੀ ਕਾਰਵਾਈ ਸੀਗੀ ਉਹਨੂੰ ਲੈ ਕੇ ਗਏ ਨੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਿਹੜੇ ਪ੍ਰਧਾਨ ਹੈ ਬਲਦੇਵ ਸਿੰਘ ਸਿਰਸਾ, ਉਹਨਾਂ ਨੇ ਜਾ ਕੇ ਉੱਥੇ ਰਿਟ ਪਾ ਦਿੱਤੀ ਹੈ ਆਪਣਾ ਵਕੀਲ ਕਰਕੇ। ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਹੈ, ਪਹਿਲਾਂ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ ਆਲਰੇਡੀ, ਇਹਦੀ ਕੇਸ ਦੀ ਜਿਹੜੀ ਸੁਣਵਾਈ ਚੱਲ ਰਹੀ ਹੈ। ਉੱਥੋਂ ਪਤਾ ਨਹੀਂ ਹਾਲੇ ਕੀ ਫੈਸਲਾ ਹੋਣਾ, ਪਰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਜਿਹੜੀ ਸ਼ਿਕਾਇਤ ਚਲੇ ਗਈ ਹੈ, ਉਹਨਾਂ ਨੇ 2 ਵਾਰੀ ਇਹਨਾਂ ਨੂੰ ਤਲਬ ਕਰ ਵੀ ਲਿਆ। 25 ਤੇ 27 ਜਨਵਰੀ ਨੂੰ ਵੀ ਸੱਦਿਆ ਸੀ, ਇਹਨਾਂ ਵੱਲੋਂ ਕੋਈ ਵੀ ਬੰਦਾ ਨਹੀਂ ਗਿਆ ਕਮੇਟੀ ਵੱਲੋਂ। ਹੁਣ ਉਹਨਾਂ ਨੇ 27 ਤਰੀਕ ਨੂੰ ਫਿਰ ਇਹਨਾਂ ਨੂੰ ਸੱਦਿਆ, ਇਸ ਮਹੀਨੇ ਦੀ ਫਰਵਰੀ ਦੀ 27 ਨੂੰ, ਕਿ ਤੁਸੀਂ ਆ ਕੇ ਆਪਣਾ ਪੱਖ ਰੱਖੋ। ਸੋ ਜਵਾਬ ਤਲਬੀ ਕੀਤੀ ਹੈ। ਇਸ ਤੋਂ ਪਹਿਲਾਂ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਵੀ ਜਿਹੜੀ ਹੈ 1920 ਅਕਾਲੀ ਦਲ ਹੈ ਉਹਦੀ ਸ਼ਿਕਾਇਤ ਤੇ ਇਹਨਾਂ ਕੋਲ ਜਵਾਬ ਤਲਬੀ ਕੀਤੀ ਸੀਗੀ। ਹੁਣ ਮਸਲਾ ਜਿਹੜਾ ਉਹ ਇਸ ਕਰਕੇ ਉਲਝੇਗਾ ਕਿਉਂਕਿ ਜਿਹੜੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਇਹ ਰਿਟ ਪਾਈ ਹੈ, ਇਹ ਇਸ ਗੱਲ ਨੂੰ ਆਧਾਰ ਬਣਾ ਕੇ ਪਾਈ ਗਈ ਹੈ ਕਿ ਆਮ ਤੌਰ ਤੇ ਜਿਹੜੀ ਇੱਥੇ ਦੇ ਕਰਮਚਾਰੀਆਂ ਦੀ ਸੇਵਾ ਉਮਰ ਹੱਦ ਹੈ ਉਹ ਹੈ 58 ਸਾਲ ਤੇ ਇਸ ਬੰਦੇ ਦੀ ਉਮਰ ਹੈ 70 ਸਾਲ ਨਿਯੁਕਤੀ ਵੇਲੇ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜਾ ਨਿਯਮਾਂ ਤੋਂ ਉਲਟ ਹੈ, ਕਾਇਦਿਆਂ ਤੋਂ ਉਲਟ ਨਿਯੁਕਤੀ ਹੋਈ ਹੈ। ਔਰ ਦੂਜਾ ਤੱਥ ਇਹ ਰੱਖਿਆ ਗਿਆ ਹੈ ਕਿ ਇਹਦੀ ਜਦੋਂ ਨਿਯੁਕਤੀ ਹੋਈ, ਇਹਦਾ ਸਰੀਰਕ ਜਿਹੜਾ ਇੱਕ ਹੁੰਦਾ ਹੈ ਫਿਟਨੈਸ ਟੈਸਟ, ਉਹ ਵੀ ਨਹੀਂ ਲਿਆ ਗਿਆ, ਯਾਨੀ ਡਾਕਟਰੀ ਵੀ ਨਹੀਂ ਹੋਈ, ਡਾਕਟਰੀ ਮੁਆਇਨਾ ਵੀ ਨਹੀਂ ਕੀਤਾ ਗਿਆ ਕਿ ਕੰਮ ਦੇ ਕਾਬਲ ਹੈ ਜਾਂ ਨਹੀਂ ਕਾਬਲ। ਸੋ ਇਹਨਾਂ ਚੀਜ਼ਾਂ ਨੂੰ ਆਧਾਰ ਬਣਾਇਆ ਗਿਆ। ਪਰ ਮੇਰੇ ਲਈ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਮੰਨ ਲਓ ਜੇ ਇਹਦੀ ਨਿਯੁਕਤੀ ਰੱਦ ਹੋ ਜਾਂਦੀ, ਹਾਈ ਕੋਰਟ ਕਰ ਦਿੰਦਾ ਜਾਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕਰ ਦਿੰਦਾ, ਤਾਂ ਉਸ ਸੂਰਤ ਦੇ ਵਿੱਚ ਜਿਹੜੀ ਰਕਮ ਇਹਦੇ ਤੇ ਖਰਚ ਕੀਤੀ ਜਾ ਚੁੱਕੀ ਹੈ, ਉਹ ਕੌਣ ਉਹਦਾ ਹਿਸਾਬ ਕਿਤਾਬ ਦੇਵੇਗਾ? ਜੀ ਬਿਲਕੁਲ ਮਿੰਟੂ ਜੀ, ਤੁਹਾਨੂੰ ਪਤਾ ਹੀ ਹੈ ਇਹ ਰਕਮਾਂ ਪਹਿਲੋਂ ਵੀ ਕਿੱਧਰ ਨੂੰ ਜਾਂਦੀਆਂ ਰਹੀਆਂ, ਕਿਸ ਤਰੀਕੇ ਦੇ ਨਾਲ ਜਿਹੜਾ ਇਹ ਬਾਦਲ ਪਰਿਵਾਰ ਆ ਕਿੱਦਾਂ ਇਹਨਾਂ ਨੂੰ ਵਰਤਦਾ ਰਿਹਾ ਆ। ਹੁਣ ਇਲੈਕਸ਼ਨਾਂ ਨੇੜੇ ਆ ਰਹੀਆਂ, ਸੋ ਬਠਿੰਡੇ ਦੇ ਆਲੇ ਦੁਆਲੇ ਦੇਖਿਓ ਕਿਹੜਾ ਗੁਰਦੁਆਰਾ, ਕਿਹੜੀ ਮਸਜਿਦ, ਹਰ ਇੱਕ ਨੂੰ ਗ੍ਰਾਂਟਾਂ ਜਿਹੜੀਆਂ SGPC ਤੋਂ ਹੀ ਜਿਹੜੀਆਂ ਆ ਉਧਰ ਨੂੰ ਜਾਣੀਆਂ ਆ। ਅਗਲੀ ਜਿਹੜੀ ਆਪਾਂ ਹੁਣ ਗੱਲ ਕਰੀਏ ਵੀ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਕਹਿੰਦੇ ਆ ਜੀ ਲੈ ਲਿਆ ਗਿਆ, ਇੱਕ ਅਖਬਾਰ ਨੇ ਦਾਅਵਾ ਕੀਤਾ ਹੈ। ਹਾਂਜੀ, ਪੰਜਾਬ ਦੇ ਜਿਹੜੇ 2 ਸਭ ਤੋਂ ਵੱਡੇ ਅਖਬਾਰ ਆ ਜਿਹਨਾਂ ਦੀ ਸਰਕੂਲੇਸ਼ਨ ਸਭ ਤੋਂ ਜ਼ਿਆਦਾ, ਉਹਨਾਂ ਦੇ ਵਿੱਚੋਂ ਇੱਕ ਅਖਬਾਰ ਨੇ ਦਾਅਵਾ ਕੀਤਾ ਹੈ, ਪੁਖਤਾ ਦਾਅਵਾ ਕੀਤਾ ਹੈ ਕਿ ਕੱਲ ਜਿਹੜੀ ਉੱਥੇ ਕੱਲ ਦੀ ਉੱਚ ਪੱਧਰੀ ਮੀਟਿੰਗ ਦੇ ਵਿੱਚ ਇਹ ਫੈਸਲਾ ਲੈ ਲਿਆ ਗਿਆ ਤੇ ਇਸ ਫੈਸਲੇ ਤੇ ਸਹਿਮਤੀ ਵੀ ਬਣ ਗਈ ਹੈ ਕਿ ਤਿੰਨੇ ਜਥੇਦਾਰ ਜਿਹੜੇ ਪੰਜਾਬ ਦੇ 3 ਤਖਤ ਆ, ਜਿਨ੍ਹਾਂ ਦੇ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਤੇ ਗਿਆਨੀ ਗੁਰਮੁਖ ਸਿੰਘ, ਇਹਨਾਂ ਨੂੰ ਹਟਾ ਕੇ ਇਸ ਵਾਰ ਜਿਹੜੇ ਜਥੇਦਾਰ ਆ ਉਹ ਇਸ ਤਰ੍ਹਾਂ ਦੇ ਨਿਯੁਕਤ ਕੀਤੇ ਜਾਣ ਜੋ SGPC ਦੇ ਕਰਮਚਾਰੀ ਨਾ ਹੋਣ। ਉਹਨਾਂ ਨੂੰ ਜਿਹੜਾ ਨਿਯੁਕਤੀ ਕਰਨ ਦਾ ਜਿਹੜਾ ਢੰਗ ਹੈ ਉਹ ਵਿਦਵਾਨਾਂ ਦੇ ਵਿੱਚੋਂ ਅਪਣਾਇਆ ਜਾਵੇ ਕਿ ਵਿਦਵਾਨ ਹੈ ਜਿਹੜੀ ਵਿਦਵਾਨਾਂ ਦਾ ਪੈਨਲ ਇੱਕ ਸਿਲੈਕਟ ਕਰਕੇ ਉਹਦੇ ਵਿੱਚੋਂ ਸਿਲੈਕਸ਼ਨ ਕੀਤੀ ਜਾਵੇ ਤੇ ਜਿਹਦੇ ਵਿੱਚ 2 ਕੁ ਨਾਂ ਆ ਜਿਹੜੇ
ਉਹ ਸਪਸ਼ਟ ਹੁੰਦੇ ਆ। ਇੱਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਹੈ ਜਿਹੜੇ ਡਾਕਟਰ ਜਸਪਾਲ ਸਿੰਘ, ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਬੰਡੂੰਗਰ, ਇਹਨਾਂ ਦੇ ਨਾਂ ਆ ਜਿਹੜੇ ਉਹ ਉੱਭਰ ਵੀ ਆਏ ਆ। ਸੋ ਨਾਵਾਂ ਤੇ ਚਰਚਾ ਵੀ ਹੋਣੀ ਸ਼ੁਰੂ ਹੋ ਗਈ ਹੈ, ਤੇ ਇਹਦਾ ਮਤਲਬ ਆ ਕਿ ਕਿਤੇ ਨਾ ਕਿਤੇ ਇਹਨਾਂ ਦੀ ਛੁੱਟੀ, ਇਹਨਾਂ ਦੀ ਸ਼ਾਂਤੀ ਹੈ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ। ਵੈਸੇ ਸੰਕੇਤ ਮਿਲ ਗਏ ਸਨ ਕਿਉਂਕਿ ਲੰਮੇ ਸਮੇਂ ਤੋਂ ਇਹ ਮੌਨ ਚੱਲ ਰਹੇ ਜਥੇਦਾਰ ਜਦੋਂ ਪਿਛਲੇ ਦਿਨੀ ਮੀਡੀਆ ਦੇ ਮੁਖਾਤਬ ਹੋਣ ਲੱਗੇ ਤੇ ਲੋਕਾਂ ਨੂੰ ਉਦੋਂ ਹੀ ਜਿਹੜੀ ਸੀ ਇਸ ਚੀਜ਼ ਦੀ ਕਨਸੋਹ ਹੋ ਗਈ ਸੀਗੀ ਕਿ ਇਹ ਜਿਹੜੇ ਜਥੇਦਾਰ ਹੁਣ ਆਪਦਾ ਪੱਖ ਰੱਖਣ ਲੱਗ ਪਏ। ਕਿੱਥੇ ਤੇ ਇਹਨਾਂ ਨੇ 3-4 ਮਹੀਨੇ ਮੀਡੀਆ ਦਾ ਫੋਨ ਹੀ ਨਹੀਂ ਚੁੱਕਿਆ, ਸਮਝ ਨਹੀਂ ਆਏ। ਹੁਣ ਮੀਡੀਆ ਦੇ ਵਿੱਚ ਆ ਕੇ ਇਹ ਗੱਲਾਂ ਕਰਨ ਲੱਗ ਪਏ। ਗਿਆਨੀ ਗੁਰਮੁਖ ਸਿੰਘ ਨੇ ਪਹਿਲਾਂ ਬੜੇ ਦਾਅਵੇ ਕੀਤੇ ਕਿ ਮੈਂ ਇਸ ਚੀਜ਼ ਦੇ ਵਿੱਚ ਸ਼ਾਮਲ ਨਹੀਂ ਸੀ, ਕੋਈ ਵੀ ਜਾਂਚ ਕਰਵਾ ਲਓ, ਜਦੋਂ ਕਹਿਣਗੇ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ, ਮੈਂ ਅਹੁਦੇ ਦੇ ਨਾਲ ਨਹੀਂ ਵੱਜਾ। ਸੋ ਸਾਰਾ ਕੁਛ ਇਹਨਾਂ ਨੇ ਕੀਤਾ। ਹੁਣ ਗਿਆਨੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਦੀ ਵੀ ਇੰਟਰਵਿਊ ਆਪਾਂ ਦੇਖੀ ਹੈ। ਸੋ ਸੰਕੇਤ ਮਿਲ ਰਹੇ ਸਨ। ਤਾਂ ਬਿਲਕੁਲ ਇਹਨਾਂ ਦੀ ਜਿਹੜੀ ਛੁੱਟੀ ਛਾਂਟੀ ਹੈ ਉਹ ਤੈਅ ਹੁੰਦੀ ਜਾਪਦੀ, ਕਿਉਂਕਿ ਇਲੈਕਸ਼ਨ ਹੈ 2017 ਦੇ ਵਿੱਚ ਤੇ ਸਮਾਂ ਜਿਹੜਾ ਤੇਜ਼ੀ ਨਾਲ ਲੰਘ ਰਿਹਾ। ਅਕਾਲੀ ਦਲ ਚਾਹੇਗਾ ਕਿ ਇਹਨਾਂ ਦੀ ਬਦਲੀ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਡੈਮੇਜ ਹੈ ਹੋਇਆ ਉਹਨੂੰ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ। ਉਸ ਡੈਮੇਜ ਕੰਟਰੋਲ ਦੀ ਇੱਕ ਵਿਧੀ ਹੈ ਕਿ ਜਿਸ ਨੂੰ ਇਹ ਅਪਣਾਇਆ ਜਾ ਰਿਹਾ ਕਿ ਜਥੇਦਾਰ ਬਦਲ ਦਿੱਤੇ ਜਾਣ, ਥੋੜਾ ਜਿਹਾ ਲੋਕਾਂ ਦਾ ਜਿਹੜਾ ਗੁੱਸਾ ਘਟੇ। ਪਰ ਮੈਨੂੰ ਨਹੀਂ ਲੱਗਦਾ ਕਿ ਜੋ ਨੁਕਸਾਨ ਹੋਣਾ ਸੀ ਅਕਾਲੀ ਦਲ ਦੀ ਸਾਖ ਨੂੰ ਉਹ ਹੋ ਚੁੱਕਾ, ਪਰ ਇਹ ਵੀ ਪ੍ਰਮਾਣਿਤ ਹੋ ਚੁੱਕਾ ਹੈ। ਜਿਵੇਂ ਕਿਹਾ ਜਾਂਦਾ ਸੀਗਾ ਕਿ ਇੱਥੇ ਆਉਂਦੇ ਤਾਂ ਹਾਥੀ ਤੇ ਬਹਿ ਕੇ ਆ ਤੇ ਜਿਹੜਾ ਭੇਜਿਆ ਜਾਂਦਾ ਉਹ ਗਧੇ ਤੇ ਬਿਠਾ ਕੇ ਭੇਜਿਆ ਜਾਂਦਾ। ਗੱਲ ਉਹੀ ਸੱਚੀ ਹੋ ਗਈ ਹੈ ਜੋ ਇੱਥੇ ਕਹਾਵਤ ਬਣੀ ਹੈ, ਤੇ ਇਹਨਾਂ ਨੂੰ ਵਰਤ ਲਿਆ ਗਿਆ ਜਿੰਨਾ ਕੁ ਵਰਤਣਾ ਸੀ। ਹੁਣ ਨਿੰਬੂ ਦੇ ਵਾਂਗੂ ਜਦੋਂ ਨਿੰਬੂ ਨਿਚੋੜਿਆ ਜਾਂਦਾ ਤੇ ਉਹਦਾ ਪਿੱਛੇ ਉਹੀ ਰਹਿ ਜਾਂਦਾ ਇੱਕ ਛਿੱਗਾ ਜਿਹਾ, ਉਹ ਹੁਣ ਰਹਿ ਗਿਆ, ਉਹਨੂੰ ਸੁੱਟ ਦੇਣਾ ਇਹਨਾਂ ਨੇ। ਜੋ ਉਹਨਾਂ ਨੇ ਕੰਮ ਕਢਾਉਣੇ ਸੀ ਕਢਾ ਲਏ। ਹੁਣ ਅੱਗੇ ਇਹ ਵੇਖਣਾ ਹੋਏਗਾ ਕਿ ਇਹ ਆਪਣੀਆਂ ਜਿਹੜੀਆਂ ਗਲਤੀਆਂ ਨੂੰ ਹਾਲੇ ਤਾਂ ਅਣਮੰਨੇ ਮਨ ਨਾਲ ਕਬੂਲ ਕਰਦੇ, ਬਾਹਰ ਜਾ ਕੇ ਕਿਸ ਤਰ੍ਹਾਂ ਦੱਸਣਗੇ, ਕੋਈ ਸੱਚ ਬੋਲਣਗੇ ਕਿ ਬਾਹਰ ਜਾ ਕੇ ਵੀ ਚੁੱਪ ਰਹਿ ਜਾਣਗੇ ਜਦੋਂ ਅਹੁਦਿਆਂ ਤੋਂ ਬਾਹਰ ਜਾਣਗੇ। ਜੀ ਬਿਲਕੁਲ। ਪਰ ਸਵਾਲ ਬਾਅਦ ਦੇ ਵਿੱਚ ਮਿੰਟੂ ਜੀ ਇਹ ਵੀ ਉੱਠਦਾ ਹੈ ਵੀ ਬਾਅਦ ਚ ਇਹਨਾਂ ਦੀਆਂ ਗੱਲਾਂ ਦੇ ਉੱਤੇ ਮੰਨੂਗਾ ਕੌਣ? ਪਿਛਲੇ ਦਿਨਾਂ ਦੇ ਵਿੱਚ ਆਪਾਂ ਵਿਸ਼ਵਾਸ ਖੋ ਲਿਆ ਗਿਆ। ਬਿਲਕੁਲ ਸਹੀ ਗੱਲ ਆ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਜਸਟਿਸ ਕਾਟਜੂ ਦੇ ਜਿਹੜੀ ਮੁੱਢਲੀ ਜਾਂਚ ਵਿੱਚ ਪੁਲਿਸ ਦੀ ਕਾਰਜਕਾਰੀ ਤੇ ਜਿਹੜੇ ਸਵਾਲ ਉਠਾਏ ਨੇ। ਹਾਂਜੀ, ਜਸਟਿਸ ਮਾਰਕੰਡੇ ਕਾਟਜੂ ਜਿਹੜੇ ਲਗਾਤਾਰ 3-4 ਦਿਨਾਂ ਤੋਂ ਇੱਥੇ ਨੇ, ਬਠਿੰਡਾ, ਬਰਗਾੜੀ, ਬਹਿਬਲ ਕਲਾਂ, ਉੱਥੇ ਉਹਨਾਂ ਨੇ ਵੱਖ ਜਿਹੜੇ ਗਵਾਹ ਸੀਗੇ ਜਾਂ ਜਿਹੜੇ ਉੱਥੇ ਉਸ ਮੋਰਚੇ ਦੀ ਨੁਮਾਇੰਦਗੀ ਕਰਦੇ ਸੀ ਉਹਨਾਂ ਦੇ ਬਿਆਨ ਲਏ ਆ, ਹਲਫੀਆ ਬਿਆਨ ਲਏ ਆ, ਸਾਡੇ ਨਾਲ ਗੱਲਬਾਤ ਕੀਤੀ ਹੈ। ਤੇ ਸਿੱਟਾ ਉਹਨਾਂ ਨੇ ਜਿਹੜਾ ਆ ਉਹ ਇਹੀ ਕੱਢਿਆ ਕਿ ਜਿਹੜੀ ਘਟਨਾ ਬਹਿਬਲ ਕਲਾਂ ਗੋਲੀਕਾਂਡ ਦੀ, ਉਸ ਨੂੰ ਟਾਲਿਆ ਜਾ ਸਕਦਾ ਸੀ ਕਿ ਪੁਲਿਸ ਦੇ ਕੋਲ ਬੜੇ ਵਿਕਲਪ ਹੁੰਦੇ ਆ ਕਿ ਉਹ ਪਹਿਲਾਂ ਵਾਰਨ ਕਰੇ ਕਿਸੇ ਨੂੰ, ਫਿਰ ਉਸ ਤੋਂ ਬਾਅਦ ਘੇਰਾ ਪਾ ਲਵੇ, ਜੇ ਨਹੀਂ ਸੂਤ ਆਉਂਦਾ ਤੇ ਅਥਰੂ ਗੈਸ ਆ ਜਾਂ ਹਵਾਈ ਫਾਇਰਿੰਗ ਆ। ਅਖੀਰਲਾ ਹਥਿਆਰ ਹੈ ਜਿਹੜਾ ਉਹ ਹੈ ਗੋਲੀ ਜਿਹੜੀ ਚਲਾਉਣੀ ਕਿਸੇ ਭੀੜ ਤੇ। ਤਾਂ ਉਹ ਕਹਿੰਦੇ ਕਿ ਇਹ ਹਥਿਆਰ ਜਿਹੜਾ ਆਖਰੀ ਹਥਿਆਰ ਹੋਣਾ ਚਾਹੀਦਾ ਸੀ, ਆਖਰੀ ਵਿਕਲਪ ਹੋਣਾ ਚਾਹੀਦਾ ਸੀ, ਉਹ ਪਹਿਲਾ ਵਿਕਲਪ ਬਣਾ ਲਿਆ ਗਿਆ, ਪਹਿਲਾ ਆਪਸ਼ਨ ਹੀ ਗੋਲੀ ਦਾ ਵਰਤਿਆ ਗਿਆ। ਸੋ ਇਹ ਮੁੱਢਲੇ ਤੌਰ ਤੇ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਜਸਟਿਸ ਮਾਰਕੰਡੇ ਕਾਟਜੂ ਨੇ ਉਹਦੀ ਤੁਲਨਾ ਜਿਹੜੀ ਹੈ ਜਲਿਆਂ ਵਾਲੇ ਬਾਗ ਦੇ ਨਾਲ ਕੀਤੀ ਹੈ। ਸੋ ਇਹਦਾ ਮਤਲਬ ਹੈ ਜਿਹੜੀ ਪੰਜਾਬ ਪੁਲਿਸ ਆ ਉਹ ਇਸ ਕਮਿਸ਼ਨ ਦੇ ਘੇਰੇ ਦੇ ਵਿੱਚ ਆ। ਦੂਜੀ ਗੱਲ ਇਹ ਹੈ ਕਿ ਇਹਨਾਂ ਨੇ ਪੰਜਾਬ ਪੁਲਿਸ ਦੇ ਜਿਹੜੇ DGP ਹੈ ਜਾਂ ਹੋਰ ਜਿੱਦਾਂ ਸੈਕਟਰੀ ਹੈ ਸਰਕਾਰ ਦਾ, ਉਹਨੂੰ ਵੀ ਇਹਨਾਂ ਨੇ ਭੇਜਿਆ ਸੀਗਾ ਨੋਟਿਸ ਕਿ ਆ ਕੇ ਤੁਸੀਂ ਵੀ ਆਪਣਾ ਪੱਖ ਰੱਖੋ, ਪਰ 2 ਵਾਰੀ ਨੋਟਿਸ ਕਰਨ ਤੋਂ ਬਾਅਦ ਵੀ ਉਹ ਨਹੀਂ ਆਏ। ਹੁਣ ਤੀਜੀ ਵਾਰ ਜਿਹੜਾ ਉਹ ਕਰਨਗੇ, ਕਹਿੰਦੇ ਕਿ ਆਖਰੀ ਹੱਲਾ ਹੋਏਗਾ, ਜੇਕਰ ਉਹ ਆ ਗਏ ਬਿਆਨ ਦੇਣ ਲਈ ਤਾਂ ਠੀਕ ਆ, ਨਹੀਂ ਤਾਂ 2 ਹਫ਼ਤਿਆਂ ਨੂੰ ਇਹ ਜਿਹੜੀ ਰਿਪੋਰਟ ਹੈ ਉਹ ਜਨਤਕ ਕਰ ਦਿੱਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦਾ ਕੰਮ ਇਹ ਹੈ ਕਿ ਇਹ ਜਿਹੜੇ ਸੀਗੇ ਪੰਥਕ ਧਿਰਾਂ, ਪੰਥਕ ਸਫਾ ਜਿਨ੍ਹਾਂ ਨੇ ਇਹਨਾਂ ਦੀ ਨਿਯੁਕਤੀ ਕੀਤੀ, ਕਿ ਉਹ ਰਿਪੋਰਟ ਇਹਨਾਂ ਦੇ ਅੱਗੇ ਰੱਖ ਦੇਣਗੇ। ਹੁਣ ਉਹਨਾਂ ਦੀ ਮਰਜ਼ੀ ਹੋਏਗੀ ਪੰਥਕ ਆਗੂਆਂ ਦੀ ਕਿ ਉਹ ਰਿਪੋਰਟ ਤੇ ਕੋਈ ਕਾਨੂੰਨੀ ਚਾਰਾਜੋਈ ਕਰਨੀ ਚਾਹੁੰਦੇ ਆ ਜਾਂ ਨਹੀਂ ਕਰਨੀ ਚਾਹੁੰਦੇ, ਪਰ ਮੇਰਾ ਜਿਹੜਾ ਫਰਜ਼ ਹੈ ਮੈਂ ਨਿਭਾ ਦੇਣਾ। ਸੋ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਮਿਸ਼ਨ ਹੈ ਜਸਟਿਸ ਮਾਰਕੰਡੇ ਕਾਟਜੂ ਦਾ, ਤੇ ਉਹਨੇ ਤਾਂ ਮੁੱਢਲੇ ਤੌਰ ਤੇ ਜਿਹੜਾ ਆਪਦਾ ਫੈਸਲਾ ਸੁਣਾ ਦਿੱਤਾ ਕਿ ਉਸ ਰਿਪੋਰਟ ਦੇ ਵਿੱਚ 2 ਹਫ਼ਤਿਆਂ ਨੂੰ ਕੀ ਨਿਕਲੇਗਾ ਉਹ ਸਾਰਾ ਕੁਛ ਆਪਾਂ ਨੂੰ ਪਤਾ ਲੱਗ ਹੀ ਗਿਆ। ਤੇ ਮੁੱਢਲੇ ਤੌਰ ਤੇ ਜੇ ਕਹਿ ਰਹੇ ਇਹਦਾ ਮਤਲਬ ਕਿ ਪੁਲਿਸ ਦੀ ਗਲਤੀ ਇਸ ਕਮਿਸ਼ਨ ਨੇ ਮਿੱਥ ਲਈ ਹੈ, ਮੰਨ ਲਈ ਹੈ।
ਸੋ ਹੁਣ ਦੂਸਰਾ ਕਮਿਸ਼ਨ ਹੈ ਜਸਟਿਸ ਜੋਰਾ ਸਿੰਘ ਦਾ ਜਿਹੜਾ ਕਮਿਸ਼ਨ ਹੈ, ਉਹਦੀ ਜੇ ਗੱਲ ਕਰੀਏ ਤਾਂ ਇਸ ਕਮਿਸ਼ਨ ਨੇ 2-3 ਦਿਨਾਂ ਦੇ ਵਿੱਚ, ਹਾਲਾਂਕਿ ਗੈਰ ਸਰਕਾਰੀ ਕਮਿਸ਼ਨ ਹੈ, 2-3 ਦਿਨਾਂ ਦੇ ਵਿੱਚ ਹੀ ਸਾਰੀ ਜਿਹੜੀ ਕਵਾਇਦ ਹੈ ਉਹ ਪੂਰੀ ਕਰ ਲਈ, ਜੋ ਵੀ ਇਹਨਾਂ ਨੇ ਜਾਣਕਾਰੀ ਜੁਟਾਉਣੀ ਸੀ। ਪਰ ਦੂਜੇ ਪਾਸੇ ਜਸਟਿਸ ਜੋਰਾ ਸਿੰਘ ਕਮਿਸ਼ਨ ਹਾਲੇ ਤੱਕ ਤਿਆਰੀਆਂ ਹੀ ਕਰਦਾ ਪਿਆ ਕਿ ਬਿਆਨ ਕਲਮਬੱਧ ਕੀਤੇ ਜਾਣ। ਮੈਨੂੰ ਲੱਗਦਾ ਕਿ ਉਹ ਕਮਿਸ਼ਨ ਸ਼ਾਇਦ ਕਮਿਸ਼ਨ ਜਾਣਕਾਰੀਆਂ ਜੁਟਾਉਣ ਲਈ ਨਹੀਂ, ਜਾਣਕਾਰੀਆਂ ਮਿਟਾਉਣ ਲਈ ਗਠਿਤ ਕੀਤਾ ਗਿਆ, ਕਿਉਂਕਿ ਜਿਹਨਾਂ ਲੋਕਾਂ ਦੇ ਗੋਲੀਆਂ ਵੱਜੀਆਂ, ਸੱਟਾਂ ਵੱਜੀਆਂ, ਹੁਣ ਤੱਕ ਤੇ ਉਹਨਾਂ ਦਾ ਇਲਾਜ ਵੀ ਹੋ ਗਿਆ ਹੋਣਾ, ਹੁਣ ਤਾਂ ਉਹ ਨੋਰਮਲ ਜਿਹੜਾ ਉਹਨਾਂ ਦਾ ਸਰੀਰਕ ਢਾਂਚਾ ਹੋ ਗਿਆ ਹੋਏਗਾ। ਜੇਕਰ ਉਹ ਜਾਂਚ ਕਰਨੀ ਸੀਗੀ ਤਾਂ ਉਹ ਜਲਦੀ ਹੋਣੀ ਚਾਹੀਦੀ ਸੀਗੀ। ਹੁਣ ਤੇ ਬਹੁਤ ਸਮਾਂ ਬੀਤ ਗਿਆ, ਜਿਹੜੇ ਲੋਕ ਸਟ੍ਰੈਚਰਾਂ ਤੇ ਪਾ ਕੇ ਲਿਆਉਣ ਵਾਲੇ ਸੀ ਹੁਣ ਤਾਂ ਤੁਰਨ ਲੱਗ ਪਏ ਹੋਣੇ। ਸੋ ਉਹ ਕਮਿਸ਼ਨ ਤੇ ਇਸ ਕਮਿਸ਼ਨ ਦੀ ਕਾਰਗੁਜ਼ਾਰੀ ਦੋਵਾਂ ਦੀ ਸਾਹਮਣੇ ਹੈ, ਪਰ ਇਹ ਵੀ ਸਾਹਮਣੇ ਕਿ ਕੀ ਨਿਕਲੇਗਾ ਇਹ ਜਸਟਿਸ ਮਾਰਕੰਡੇ ਕਾਟੂ ਹੋਰਾਂ ਦੀ ਰਿਪੋਰਟ ਤੋਂ। ਪਰ ਹੁਣ ਵੇਖਣਾ ਇਹ ਹੋਏਗਾ ਕਿ ਇਸ ਰਿਪੋਰਟ ਨੂੰ ਜਿਹੜੀ ਹੁਣ ਆਪਣਾ ਆਪ ਵਿਖਾ ਰਹੀ ਹੈ, ਰੰਗ ਤਾਂ ਵਿਖਾ ਰਹੀ ਹੈ, ਕਿ ਕਿਸ ਕਦਰ ਉਹ ਰਿਪੋਰਟ ਹੋਏਗੀ, ਕਿ ਇਸ ਰਿਪੋਰਟ ਨੂੰ ਅੱਗੇ ਜਿਹੜੇ ਪੰਥਕ ਆਗੂ ਹੈ ਅਦਾਲਤ 'ਚ ਲਿਜਾਂਦੇ ਆ ਤਾਂ ਅਦਾਲਤ ਕੀ ਉਹਨੂੰ ਪ੍ਰਵਾਨ ਕਰਦੀ ਹੈ ਜਾਂ ਨਹੀਂ ਕਰਦੀ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਖਡੂਰ ਸਾਹਿਬ ਦੀ ਜਿਮਨੀ ਚੋਣ ਦੇ ਵਿੱਚ ਭਾਜਪਾ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਦੀ ਜਿਹੜੀ ਵਿਰੋਧਤਾ ਦਾ ਐਲਾਨ ਕੀਤਾ ਗਿਆ ਹੈ। ਅਸਲ ਦੇ ਵਿੱਚ ਜੀ ਜਿਹੜੀ ਭਾਜਪਾ ਤਰਨਤਾਰਨ ਜ਼ਿਲ੍ਹੇ ਦੀ ਖਾਸ ਤੌਰ ਤੇ ਭਾਜਪਾ ਹੈ, ਉਹ ਤੇ ਕਈ ਚਿਰ ਤੋਂ ਪਹਿਲਾਂ ਹੀ ਤੁਹਾਨੂੰ ਪਤਾ, ਜਦੋਂ ਅਨਿਲ ਜੋਸ਼ੀ ਦੇ ਭਰਾ ਦਾ ਰੌਲਾ ਪਿਆ ਸੀ ਉਦੋਂ ਤੋਂ ਹੀ ਉਹਨਾਂ ਦੇ ਤੇਵਰ ਹੈ ਜਿਹੜੇ ਉਹ ਬਾਗੀ ਹੈ। ਉਹ ਤੇ ਕਹਿੰਦੇ ਆ ਕਿ ਇਹਨਾਂ ਦਾ ਹੱਥ ਛੱਡੋ, ਪਰ ਇਹ ਤਾਂ ਨਾ ਹੀ ਹੱਥ ਛੱਡਦੀ ਹੈ ਭਾਜਪਾ ਅਕਾਲੀ ਦਲ ਦਾ, ਤੇ ਨਾ ਹੀ ਉਹਨਾਂ ਦਾ ਜਿਹੜਾ ਜੋਸ਼ੀ ਹੈ ਉਹ ਮੰਤਰੀ ਪਦ ਛੱਡਦਾ ਹੈ। ਸਾਰਾ ਕੁਛ ਜਿਹੜਾ ਉਹ ਰਲਿਆ ਮਿਲਿਆ ਹੀ ਹੈ। ਪਰ ਹੁਣ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਖਡੂਰ ਸਾਹਿਬ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਖੜਾਂਗੇ ਤੇ ਅਸੀਂ ਇੱਕ ਆਜ਼ਾਦ ਉਮੀਦਵਾਰ ਨੂੰ ਸਪੋਰਟ ਕਰਾਂਗੇ। ਸੋ ਕੁੱਲ ਮਿਲਾ ਕੇ ਜੇ ਦੇਖੀਏ ਤੇ ਇੱਥੇ ਗੱਠਜੋੜ ਹੈ ਉਹ ਟੁੱਟ ਚੁੱਕਾ ਹੈ। ਜੇ ਇਹਨਾਂ ਦੀ ਹੁਣ ਦਾਅਵੇ ਦੀ ਆਪਾਂ ਵੇਖੀਏ, ਦਾਅਵੇ ਦੀ ਇਹਨਾਂ ਦੀ ਜੇ ਸਾਰ ਹੈ, ਪਿਸ਼ਟ ਭੂਮੀ ਦੇਖੀਏ, ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਤਰਨਤਾਰਨ 'ਚ ਇੱਕ ਤਰ੍ਹਾਂ ਨਾਲ ਇਹ ਜੋ ਗੱਠਜੋੜ ਹੈ ਜਿਹੜਾ ਅਕਾਲੀ ਦਲ ਭਾਜਪਾ ਦਾ, ਉਹ ਬਿਖਰ ਚੁੱਕਾ ਹੈ। ਹੁਣ ਪੰਜਾਬ ਦੀ ਜੇ ਗੱਲ ਕਰੀਏ, ਕੱਲ ਬੀਬੀ ਨਵਜੋਤ ਕੌਰ ਸਿੱਧੂ ਨੇ ਤੇ ਇੱਥੋਂ ਤੱਕ ਆਖ ਦਿੱਤਾ ਕਿ ਜਿਹੜਾ ਪ੍ਰਧਾਨ ਕਮਲ ਸ਼ਰਮਾ ਜੀ ਉਹਨੂੰ ਦੁਬਾਰਾ ਬਣਾਇਆ ਗਿਆ ਪ੍ਰਧਾਨ, ਤੇ ਇਹ ਭਾਜਪਾ ਦੀ ਖੁਦਕੁਸ਼ੀ ਹੋਏਗੀ। ਸੋ ਭਾਜਪਾ ਦੇ ਵਿੱਚ ਜਿਹੜੇ ਕਿਸ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲਦੇ ਆ। ਪਰਸੋਂ ਦੀ ਖਬਰ ਸੀਗੀ ਕਿ ਜਿਹੜਾ ਕੇਂਦਰੀ ਮੰਤਰੀ ਭਾਜਪਾ ਦਾ ਵਿਜੇ ਸਾਂਪਲਾ ਤੇ ਸੁਰਜੀਤ ਕੁਮਾਰ ਜੈਨੀ, ਉਹ ਇੱਕ ਜਿਹੜਾ ਨੀਂਹ ਪੱਥਰ ਉਹਦੇ ਤੋਂ ਖਿੱਪੜੀ ਜਾਂਦੇ ਆ। ਇੱਕ ਹੋਰ ਭਾਜਪਾ ਦਾ ਆਗੂ ਸੀਗਾ, ਉਹਨੇ ਫੇਸਬੁੱਕ ਤੇ ਸੁਰਜੀਤ ਕੁਮਾਰ ਜੈਨੀ ਤੇ ਬੜੇ ਕੱਸ ਕੇ ਨਿਸ਼ਾਨੇ ਲਾਏ। ਜਾਨੀ ਭਾਜਪਾ ਦੇ ਵਿੱਚ ਹੇਠਲੇ ਪੱਧਰ ਦਾ ਜਿਹੜਾ ਕੱਢ ਰਿਹਾ ਇਹਨਾਂ ਦਾ, ਜਾਂ ਉਤਲਾ ਕੱਢ ਰਿਹਾ ਜਿਹੜਾ, ਉਹ ਆਪਸ ਦੇ ਵਿੱਚ ਖਈਆ ਖੱਖੜ ਹੋਇਆ ਪਿਆ, ਖੱਖੜੀਆਂ ਕਰੇਲੇ ਇਹਨਾਂ ਦਾ ਕੰਮ ਹੋਇਆ ਪਿਆ। ਜੇਕਰ ਮੈਨੂੰ ਲੱਗਦਾ ਕਿ ਅਕਾਲੀ ਦਲ ਦਾ ਇਹ ਸਾਥ ਰੱਖਣਗੇ ਤਾਂ ਇਹਨਾਂ ਦੇ ਅੰਦਰ ਵੀ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਬੇਚੈਨੀ ਕਹਿ ਲਈਏ, ਭਾਵੇਂ ਹੋ ਸਕਦਾ ਬਗਾਵਤ ਵੀ ਹੋ ਜਾਵੇ, ਕਿਉਂਕਿ ਬੀਬੀ ਨਵਜੋਤ ਕੌਰ ਸਿੱਧੂ ਤੇ ਐਲਾਨ ਵੀ ਕਰ ਚੁੱਕੀ ਹੈ। ਸੋ ਇਹ ਹੁਣ ਭਾਜਪਾ ਜਿਹੜੀ ਉਹ ਸੋਚ ਕੇ ਚੱਲੇਗੀ ਕਿ ਕਿਸ ਤਰ੍ਹਾਂ ਦਾ ਜਿਹੜਾ ਇਹ ਗੱਠਜੋੜ ਹੈ ਉਹ ਨਿਭਾਇਆ ਜਾਵੇ ਜਾਂ ਛੱਡਿਆ ਜਾਵੇ। ਪਰ ਦੋਵਾਂ ਹੀ ਸੂਰਤਾਂ ਦੇ ਵਿੱਚ ਜਿਹੜਾ ਉਹ ਭਾਜਪਾ ਲਈ ਰਸਤਾ ਜਿਹੜਾ ਉਹ ਮੁਸ਼ਕਲ ਲੱਗਦਾ, ਕਿਉਂਕਿ ਕੁਝ ਭਾਜਪਾ ਦੇ ਲੀਡਰ ਤੇ ਇੱਥੋਂ ਤੱਕ ਸੋਚ ਕੇ ਬੈਠੇ ਆ ਕਿ ਕਮਲ ਸ਼ਰਮਾ ਨੂੰ ਦੁਬਾਰਾ ਪ੍ਰਧਾਨ ਬਣਾਓ, ਤੇ ਜਦੋਂ ਭਾਜਪਾ ਬੁਰੀ ਤਰ੍ਹਾਂ ਹਾਰੇਗੀ ਕਮਲ ਸ਼ਰਮਾ ਦਾ ਆਪੇ ਉਤਲੇ ਮੂੰਹ ਕਾਲਾ ਕਰਨਗੇ। ਸੋ ਇੱਥੋਂ ਤੱਕ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਚੱਲੀ ਜਾਂਦੀਆਂ, ਸੋ ਭਾਜਪਾ ਦਾ ਜਿਹੜਾ ਭਵਿੱਖ ਆ ਉਹ ਇੱਥੇ ਹੁਣ ਏਦਾਂ ਦਾ ਲੱਗਦਾ ਕਿ ਇਹ ਆਪਸ ਦੇ ਵਿੱਚ ਵੀ ਡਹਿ ਕੇ ਇੱਕ ਵਾਰੀ ਖਿਲਰਨਗੇ ਜ਼ਰੂਰ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਪੱਤਰਕਾਰ ਦੀ ਰਿਟ ਤੇ ਸਰਕਾਰ ਅਤੇ ਪੁਲਿਸ ਨੂੰ ਨੋਟਿਸ ਜਾਰੀ। ਤੁਸੀਂ ਆਪ ਹੀ ਹਿਸਾਬ ਲਾ ਲਓ ਜੀ, ਜਿੱਥੇ ਪੱਤਰਕਾਰ ਨੂੰ ਖਬਰ ਲਾ ਕੇ ਹਾਈ ਕੋਰਟ ਦੇ ਵਿੱਚ ਜਾਨ ਬਚਾਉਣ ਲਈ ਜਾਣਾ ਪੈ ਜਾਵੇ, ਤੁਸੀਂ ਆਪ ਹੀ ਹਿਸਾਬ ਲਾ ਲਓ ਉੱਥੇ ਰਹਿਣਾ, ਉੱਥੇ ਕੰਮ ਕਰਨਾ ਕਿੰਨਾ ਕੁ ਆਸਾਨ ਹੈ, ਕਿੰਨਾ ਕੁ ਮੁਸ਼ਕਲ ਹੈ। ਇਹ ਅੰਦਾਜ਼ਾ ਇਸ ਗੱਲ ਤੋਂ ਹੀ ਲੱਗਦਾ ਕਿ ਗੋਨਿਆਣਾ ਮਾਡਲ ਟਾਊਨ ਦੇ ਰਹਿਣ ਵਾਲਾ ਪੱਤਰਕਾਰ ਇੱਕ ਗੋਰਾ ਲਾਲ, ਉਹਨੇ ਕੁਝ ਦਿਨ ਪਹਿਲਾਂ ਖਬਰ ਲਾਈ ਸੀ ਹਿੰਦੀ ਤੇ ਪੰਜਾਬੀ ਅਖਬਾਰਾਂ ਦਾ ਪੱਤਰਕਾਰ ਰਿਹਾ, ਤੇ ਉਸ ਤੋਂ ਬਾਅਦ ਪੁਲਿਸ ਤੇ ਸਾਰਾ ਤੁਹਾਨੂੰ ਪਤਾ ਜਿਹੜਾ ਤਾਣਾ ਬਾਣਾ ਹੁੰਦਾ ਹੈ, ਜਿਹੜਾ ਪੁਲਿਸ ਦੇ ਪਿੱਛੇ ਖੜੇ ਹੁੰਦੇ, ਉਹ ਤਾਣਾ ਬਾਣਾ ਸਾਰਾ ਹੀ ਉਹਦੇ ਪਿੱਛੇ ਪੈ ਗਿਆ ਤੇ ਹਾਰ ਕੇ ਉਸ ਪੱਤਰਕਾਰ ਨੂੰ ਹਾਈ ਕੋਰਟ ਦੇ ਵਿੱਚ ਰਿਟ ਲਾਉਣੀ ਪਈ। ਹੁਣ ਹਾਈ ਕੋਰਟ ਨੇ ਨੋਟਿਸ ਕੀਤਾ SSP ਬਠਿੰਡਾ ਨੂੰ, ਥਾਣਾ ਨੀਹਾਂਵਾਲਾ ਦਾ ਜਿਹੜਾ SHO ਉਹਨੂੰ ਤੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਹੈ ਪੱਤਰਕਾਰ ਦੀ ਰਿਟ ਤੇ ਕਿ ਭਾਈ ਦੱਸੋ, ਆ ਕੇ ਦੱਸੋ ਕਿਉਂ ਇਸ ਪੱਤਰਕਾਰ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਬਠਿੰਡਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬੜੀ ਖਬਰ ਜਿਹੜੀ ਉਹ ਚਰਚਿਤ ਰਹੀ ਕੁਝ ਸਮਾਂ ਪਹਿਲਾਂ, ਬੜੇ ਵੱਡੇ ਪੱਤਰਕਾਰ ਨੂੰ ਸੱਦ ਕੇ SSP ਨੇ
ਪੁੱਛ ਲਿਆ ਸੀ ਕਿ ਤੇਰੇ ਕੋਲ ਫੋਟੋ ਕਿੱਥੋਂ ਆਈ ਹੈ, ਜਿਹੜੀ ਉਹ ਫੋਟੋ ਵਾਇਰਲ ਹੋਈ ਸੀ ਜਿਹਦੇ ਵਿੱਚ ਮੁੱਖ ਮੰਤਰੀ ਇੱਕ ਚੈਨਲ ਤੇ ਸੰਦੇਸ਼ ਦੇਣ ਤੋਂ ਪਹਿਲਾਂ ਮੇਕਅਪ ਕਰ ਰਹੇ ਹੁੰਦੇ ਆ। ਉਹ ਫੋਟੋ ਨੂੰ ਲੈ ਕੇ SSP ਨੇ ਬੜਾ ਜਿਹੜਾ ਠਾਂ ਹੋਇਆ ਉਹਦੇ ਨਾਲ, ਪੱਤਰਕਾਰ ਦੇ ਨਾਲ, ਕਿ ਤੇਰੇ ਕੋਲ ਫੋਟੋ ਕਿੱਥੋਂ ਆਈ। ਪੱਤਰਕਾਰ ਕਹਿੰਦਾ ਕਿ ਤੇਰੇ ਕੋਲ ਹੱਕ ਕਿੱਥੋਂ ਆਇਆ ਕਿ ਤੂੰ ਮੈਨੂੰ ਪੁੱਛੇ ਕਿ ਫੋਟੋ ਮੇਰੇ ਕੋਲ ਕਿੱਥੋਂ ਆਈ ਹੈ। ਸੋ ਪੱਤਰਕਾਰਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਔਰ ਜਾਂ ਰਾਜਨੇਤਾ ਹੈ, ਇਹਨਾਂ ਦੇ ਵਿੱਚ ਇੱਕ ਕਸ਼ਮਕਸ਼ ਚੱਲੀ ਜਾ ਰਹੀ ਹੈ ਜਿਹੜੀ ਖਾਸ ਤੌਰ ਤੇ ਸੱਚੀ ਸੁੱਚੀ ਪੱਤਰਕਾਰੀ ਕਰਦੇ ਆ। ਤਾਂ ਇਸ ਮਾਹੌਲ ਦੇ ਵਿੱਚ ਜਿਹੜੀ ਪੱਤਰਕਾਰਤਾ ਜਿਹੜੀ ਥੋੜੀ ਜਿਹੀ ਬਚੀ ਹੈ, ਬਹੁਤੀ ਕੋਈ ਵੱਡੀ ਉਹਦੀ ਤਾਦਾਦ ਨਹੀਂ, ਇਹ ਥੋੜੀ ਜਿਹੀ ਬਚੀ ਹੈ, ਉਹ ਡਰੀ ਸੰਗੀਆਂ ਇਹਨਾਂ ਚੀਜ਼ਾਂ ਕਰਕੇ ਹੀ। ਇੱਕ ਪੱਤਰਕਾਰ ਜਦੋਂ ਖਬਰ ਲਾ ਲੈਂਦਾ ਹੈ ਤਾਂ ਉਹਨੂੰ ਸ਼ਾਮ ਤੱਕ ਪਤਾ ਨਹੀਂ ਕਿੰਨੇ ਕੁ ਫੋਨ, ਕਿੰਨੀਆਂ ਕੁ ਧਮਕੀਆਂ ਸੁਣਨੀਆਂ ਮਿਲਦੀਆਂ। ਇਹ ਆਮ ਗੱਲ ਹੈ। ਪੰਜਾਬ ਸਰਕਾਰ ਨੇ ਇਸ ਪਾਸੇ ਕਦੇ ਤਵੱਜੋ ਨਹੀਂ ਦਿੱਤੀ, ਪਰ ਪੱਤਰਕਾਰਤਾ ਜਿਹੜੀ ਪੰਜਾਬੀ ਪੱਤਰਕਾਰਤਾ, ਖਾਸ ਤੌਰ ਤੇ ਜਿਹੜੇ ਦਿਹਾਤ ਦੇ ਵਿੱਚ ਛੋਟੇ ਕਸਬਿਆਂ ਦੇ ਵਿੱਚ ਬੈਠੇ ਪੱਤਰਕਾਰ, ਉਹ ਤੇ ਹੁਣ ਪੱਤਰਕਾਰ ਜਿਵੇਂ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਨੰਗੀ ਤਲਵਾਰ ਤੇ ਤੁਰਦੇ ਆ, ਪਤਾ ਨਹੀਂ ਕਦੋਂ ਇੱਧਰ ਉੱਧਰ ਹੋ ਜਾਣਾ। ਜੀ ਜੀ ਬਿਲਕੁਲ। ਅਤੇ ਆਪਣੀ ਜੇ ਵੀ ਗੱਲ ਕਰੀਏ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਕੁੜੀ ਦੇ ਭਵਿੱਖ ਨਾਲ ਖੇਡਣ ਦਾ ਇੱਕ ਅਨੋਖਾ ਜਿਹਾ ਹੀ ਜਿਹੜਾ ਮਾਮਲਾ ਸਾਹਮਣੇ ਆਇਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜਿਹੜੇ ਉੱਥੇ ਬਿਠਾਏ ਹੋਏ ਨੇ ਜੀ ਪੁਰਾਣੇ ਕਰਮਚਾਰੀ, ਉਹ ਤੇ ਉਹਨਾਂ ਦਾ ਰਵੱਈਆ ਤੇ ਉਹਨਾਂ ਦੇ ਕੰਮ ਕਰਨ ਦਾ ਢੰਗ ਹੈ ਜਿਹੜਾ, ਉਹ ਤੇ ਏਦਾਂ ਲਾ ਲਓ ਕਿ ਉਹ ਹਾਕਮਾਂ ਵਾਲਾ ਹੈ, ਉਹ ਕਰਮਚਾਰੀ ਨਹੀਂ ਹੈ, ਉਹ ਤੇ ਸੂਬੇਦਾਰ ਬਣ ਕੇ ਕੰਮ ਕਰਦੇ। ਉੱਥੇ ਜੇ ਚਲੇ ਜਾਓਗੇ ਤੁਸੀਂ ਦੇਖੋਗੇ ਜੇ ਤੁਹਾਡਾ ਕਿਤੇ ਵਾਹ ਪੈ ਜੇ ਬਦਕਿਸਮਤੀ ਨਾਲ, ਤੇ ਉਹ ਤੇ ਬੰਦੇ ਨੂੰ ਗੇੜੇ ਕਢਾ ਕਢਾ ਕੇ 84 ਵਾਲਾ ਗੇੜ ਐਸਾ ਪਾਉਂਦੇ ਕਿ ਬੰਦਾ ਗਧੀ ਗੇੜ ਚ ਪਿਆ ਉੱਥੋਂ ਨਿਕਲ ਤੁਰਦਾ ਹੈ। ਇੰਨੀ ਬੁਰੀ ਉੱਥੋਂ ਦੀ ਕਾਰਗੁਜ਼ਾਰੀ ਹੈ ਕਰਮਚਾਰੀਆਂ ਦੀ। ਪਰ ਆਹ ਜਿਹੜਾ ਨਵਾਂ ਹੋਇਆ ਕੰਮ, ਵੈਸੇ ਤੇ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਹੈ, ਕੌਰ ਨੂੰ ਸਿੰਘ ਬਣਾ ਦਿੰਦਾ, ਸਿੰਘ ਨੂੰ ਕੌਰ ਬਣਾ ਦਿੰਦਾ, ਕੁਮਾਰ ਨੂੰ ਚੰਦਰ ਬਣਾ ਦਿੰਦਾ। ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਕੁਤਾਹੀਆਂ ਤੇ ਆਮ ਹੀ ਸੁਰਖੀਆਂ ਬਣਦੀਆਂ। ਪਰ ਆਹ ਜੋ ਇਹਨਾਂ ਨੇ ਚੰਦ ਚਾੜਿਆ ਉਹ ਬੜਾ ਗੰਭੀਰ ਵਿਸ਼ਾ ਹੈ। ਹੁਣ ਇੱਕ ਮਨਜੋਤ ਕੌਰ ਨਾਂ ਦੀ ਸੰਗਰੂਰ ਜ਼ਿਲ੍ਹੇ ਦੀ ਵਿਦਿਆਰਥਣ ਸੀਗੀ, ਉਹਨੇ ਪੇਪਰ ਦਿੱਤੇ 10ਵੀਂ ਦੇ 2014 ਦੇ ਵਿੱਚ, ਔਰ ਉਸਨੇ ਕਮਾਲ ਦੀ ਕਾਰਗੁਜ਼ਾਰੀ ਦਿਖਾਈ ਪੇਪਰਾਂ ਦੇ ਵਿੱਚ। ਉਹਨੇ 650 ਚੋਂ 567 ਅੰਕ ਜਿਹੜੇ ਪ੍ਰਾਪਤ ਕਰ ਲਏ। ਹਿੰਦੀ ਦਾ ਪੇਪਰ ਵੀ ਉਹਨੇ ਬਹੁਤ ਵਧੀਆ ਕੀਤਾ ਸੀ, ਪਰ ਜਦੋਂ ਹਿੰਦੀ ਦਾ ਪੇਪਰ ਉਹਨੇ ਵੇਖਿਆ ਕਿ ਉਹਦਾ ਜਿਹੜਾ ਨੰਬਰ ਆਏ ਸੀਗੇ ਉਹ ਬੜੇ ਘੱਟ ਆਏ, ਤਾਂ ਉਹਨੂੰ ਖੁਟਕਿਆ ਕਿ ਇਹ ਜਿਹੜੀ ਗੜਬੜ ਹੈ ਕਿਤੇ ਨਾ ਕਿਤੇ। ਉਹਨੇ RTI ਪਾ ਕੇ ਆਪਣਾ ਜਿਹੜਾ ਪ੍ਰਸ਼ਨ ਪੱਤਰ ਸੀਗਾ ਉਹ ਮੰਗਵਾ ਲਿਆ, ਤਾਂ ਉਹਦੇ ਵਿੱਚ ਦੇਖ ਕੇ ਉਹ ਦੰਗ ਰਹਿ ਗਈ ਕਿ ਉਹਦੇ ਜਿਹੜੇ ਨੰਬਰ ਸੀ 69, ਉਹਨੂੰ ਘਟਾ ਕੇ 27 ਕਰ ਦਿੱਤਾ ਗਿਆ। ਤੇ ਜਿਹੜੀ ਉਹਦੀ ਉੱਤਰ ਕਾਪੀ ਸੀਗੀ ਉਹਨੂੰ ਥਾਂ ਤੇ ਕੱਟ ਵੱਢ ਕੀਤਾ ਗਿਆ ਸੀ, ਯਾਨੀ ਕੱਟ ਵੱਢ ਕੇ ਆਪਦੇ ਕੋਲੋਂ ਹੀ ਉਹਦੇ ਨੰਬਰ ਘਟਾਉਣ ਲਈ ਬਹੁਤ ਵੱਡੇ ਪੱਧਰ ਤੇ ਛੇੜਛਾੜ ਕੀਤੀ ਗਈ ਸੀ ਉਸ ਉੱਤਰ ਕਾਪੀ ਨਾਲ। ਉਹ ਉੱਤਰ ਕਾਪੀ ਉਹਨੇ ਲੈ ਕੇ ਤੇ ਹਾਈ ਕੋਰਟ ਜਾ ਕੇ ਰਿਟ ਪਾ ਦਿੱਤੀ। ਤਾਂ ਵੇਖੋ ਇਹਨਾਂ ਦਾ ਕੀ ਹਾਲ ਆ। ਉਹ ਹਾਈ ਕੋਰਟ ਨੇ ਉਸ ਮਾਮਲੇ ਦਾ ਗੰਭੀਰ ਨੋਟਿਸ ਲਿਆ, ਕੱਲ 50,000 ਰੁਪਏ ਜੁਰਮਾਨਾ ਪਾ ਦਿੱਤਾ ਇਹਨਾਂ ਨੂੰ, ਨਾਲ ਹੀ ਕਿਹਾ ਕਿ 2-3 ਦਿਨਾਂ ਦੇ ਵਿੱਚ ਇਸ ਕੁੜੀ ਨੂੰ ਜਿਹੜਾ ਓਰੀਜਨਲ ਸਰਟੀਫਿਕੇਟ ਹੈ ਉਹ ਪ੍ਰੋਵਾਈਡ ਕਰਵਾਓ, ਜਿਹੜੇ ਨੰਬਰ ਅਸਲ ਬਣਦੇ ਆ। ਸੋ ਇਹ ਹੁਣ ਕਮਾਲ ਦੀ ਗੱਲ ਆ ਕਿ ਇਹ ਜਿਹੜੀ ਉੱਤਰ ਕਾਪੀ ਦੇ ਨਾਲ ਛੇੜਛਾੜ ਹੋਈ ਆ ਉਹ ਕਿਹਨੇ ਕੀਤੀ ਤੇ ਕਿਹਦੇ ਇਸ਼ਾਰੇ ਤੇ ਕੀਤੀ, ਕਿ ਇੱਥੋਂ ਤੱਕ ਕਿ ਕਿਸੇ ਨੂੰ ਮੈਰਿਟ 'ਚ ਆਉਣ ਤੋਂ ਜਾਂ ਉਹਦੀ ਪੋਜੀਸ਼ਨ ਜਿਹੜੀ ਬਹੁਤ ਆਲਾ ਬਣਦੀ ਹੈ ਉਹਨੂੰ ਰੋਕਣ ਲਈ ਵੀ ਅੰਦਰ ਚਾਲ ਚੱਲੀ ਜਾ ਰਹੀ ਹੈ, ਜਾਂ ਅੰਦਰ ਖਾਤੇ ਵੀ ਕਿਸੇ ਦੀ ਪਹੁੰਚ ਹੈ ਕਿ ਉਹ ਆਪਣੇ ਬੱਚੇ ਨੂੰ ਅੱਗੇ ਲਿਆਉਣ ਲਈ ਕਿਸੇ ਦੇ ਬੱਚਾ ਜਿਹੜਾ ਉਹਦਾ ਕੰਪੀਟੀਟਰ ਹੈ ਉਹਨੂੰ ਪਛਾੜਨ ਲਈ ਵੀ ਉੱਥੇ ਤੱਕ ਚਲਾ ਜਾ ਸਕਦਾ। ਸੋ ਇਹ ਮਾਮਲਾ ਬੜਾ ਗੰਭੀਰ ਹੈ। ਜਾਂਚ ਕਰਨੀ ਚਾਹੀਦੀ ਹੈ ਕਿ ਕਿਸਨੇ ਕਿਹਦੇ ਇਸ਼ਾਰੇ ਤੇ ਕਿਸ ਮੰਤਵ ਦੇ ਨਾਲ ਇਹ ਕੰਮ ਕੀਤਾ। ਬਹੁਤ ਸ਼ਰਮਨਾਕ ਗੱਲ ਹੈ ਜੀ। ਜੀ ਬਿਲਕੁਲ। ਜਾਂਚ ਤਾਂ ਇੱਦਾਂ ਦੀਆਂ ਦੀ ਮੈਨੂੰ ਲੱਗਦਾ ਕਈ ਵਾਰੀ ਆਖੀ ਗਈ ਹੈ, ਪਰ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਦੇ ਹੋ ਵੀ ਸਿੱਟ ਡਾਊਨ ਕਰਨ ਲਈ ਇਹਦੇ ਲਈ ਵੀ ਕੋਈ ਹੋਰ ਨਵੀਂ ਸਿੱਟ ਨਾ ਬਣਾ ਛੱਡਣ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਪਿੰਡ ਨੇ ਜਿਹੜਾ ਜੀ ਮਿਸਾਲ ਬਣਿਆ, ਲੋਕਾਂ ਨੇ ਮਤਾ ਪਾਸ ਕੀਤਾ ਵੀ ਪਿੰਡ 'ਚ ਕੋਈ ਵੀ ਨਹੀਂ ਜਾਵੇਗਾ ਤਸਕਰ ਮਗਰ। ਹਾਂਜੀ, ਇਹ ਸਾਡੇ ਇਲਾਕੇ ਦਾ ਹੀ ਪਿੰਡ ਹੈ ਜੀ, ਲੰਬੀ ਹਲਕੇ ਦਾ ਪਿੰਡ ਬਲੋਚਪੀਰਾ। ਕੱਲ ਉੱਥੋਂ ਦੀ ਪੰਚਾਇਤ ਨੇ ਦੁਖੀ ਹੋ ਕੇ, ਉਹਨਾਂ ਦੇ ਪਿੰਡ ਵੀ ਜਿਹੜੀ ਨਸ਼ੇ ਦੀ ਅੱਗ ਆ ਉਹ ਸੁਲਗ ਰਹੀ ਹੈ, ਸੋ ਉਹਨਾਂ ਨੇ ਆਪਣੇ ਪਿੰਡ ਨੂੰ ਬਚਾਉਣ ਲਈ ਬੜੀ ਪਹਿਲ ਕਦਮੀ ਇੱਕ ਤਰ੍ਹਾਂ ਨਾਲ ਕਹਿ ਲਈਏ ਨਵੇਕਲੀ ਕੀਤੀ। ਉਹਨਾਂ ਨੇ ਇਕੱਠਿਆਂ ਹੋ ਕੇ ਸਾਰੇ ਪਿੰਡ ਨੇ ਇੱਕ ਮਤਾ ਪਾਸ ਕਰ ਦਿੱਤਾ। ਪਹਿਲਾਂ ਹਾਲਾਂਕਿ ਵਾਰਨਿੰਗ ਵੀ ਦਿੱਤੀ ਹੈ ਜਿਹੜੇ ਉੱਥੋਂ ਦੇ ਇਸ ਧੰਦੇ ਨਾਲ ਜੁੜੇ ਜਿਹੜੇ ਮੌਤ ਦੇ ਸੁਦਾਗਰ ਆ ਕਿ ਭਾਈ ਸੁਧਰ ਜਾਓ, ਨਹੀਂ ਤਾਂ ਅਸੀਂ ਅੱਗੇ ਹੋਰ ਹੱਲ ਕੱਢਾਂਗੇ। ਤੇ ਉਹਨਾਂ ਨੇ ਮਤਾ ਪਾ ਦਿੱਤਾ ਸਾਰੇ ਪਿੰਡ ਨੇ ਇਕੱਠਾ ਹੋ ਕੇ ਕਿ ਕੋਈ ਮੰਨ ਲਓ ਪਿੰਡ ਦੇ ਵਿੱਚ ਚਾਹੇ ਕੋਈ ਵੀ ਨਸ਼ਾ ਵੇਚਦਾ ਹੈ, ਕਿਉਂਕਿ ਸਾਡੇ ਇਹ ਜਿਹੜੇ ਇਲਾਕੇ ਆ ਇਹ ਬਾਰਡਰ ਪੱਟੀ ਤੇ ਨੇ, ਹਰਿਆਣਾ ਰਾਜਸਥਾਨ ਇਹ ਬਾਰਡਰ ਆ ਜਾਂਦੇ ਉੱਤੇ, ਤਾਂ ਇੱਧਰੋਂ ਉੱਧਰੋਂ ਬਹੁਤ ਜ਼ਿਆਦਾ ਲੈਣ ਦੇਣ ਹੈ ਇਹਨਾਂ ਚੀਜ਼ਾਂ ਦਾ ਹੁੰਦਾ, ਨਸ਼ੀਲੀਆਂ ਚੀਜ਼ਾਂ ਦਾ।
ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਪਿੰਡ ਦਾ ਬੰਦਾ ਜੇਕਰ ਨਸ਼ਾ ਤਸਕਰੀ ਦੇ ਵਿੱਚ ਫੜਿਆ ਜਾਂਦਾ, ਨਸ਼ੇ ਦੇ ਕਾਰੋਬਾਰ ਦੇ ਵਿੱਚ ਫੜਿਆ ਜਾਂਦਾ, ਤਾਂ ਉਹਦੇ ਮਗਰ ਨਾ ਤੇ ਕੋਈ ਥਾਣੇ ਜਾਏਗਾ, ਕੋਈ ਉਹਨੂੰ ਛਡਾਉਣ ਨਹੀਂ ਜਾਏਗਾ। ਜਿਵੇਂ ਲੀਡਰੀ ਦੇ ਨਾਲ ਲਿਬੜੇ ਜਿਹੜੇ ਲੋਕ ਹੁੰਦੇ ਆ ਉਹ ਜਾ ਕੇ ਛਡਾ ਲਿਆਉਂਦੇ ਆ, ਸੋ ਨਾ ਤੇ ਕੋਈ ਛਡਾਉਣ ਜਾਏਗਾ ਤੇ ਨਾ ਹੀ ਕੋਈ ਉਹਦੀ ਜ਼ਮਾਨਤ ਭਰਵਾਏਗਾ, ਯਾਨੀ ਜਿਹੜੀ ਜਮ੍ਹਾਂਬੰਦੀ ਵਗੈਰਾ ਦਿੰਦੇ ਆ ਤੇ ਉਹ ਵੀ ਪਿੰਡ ਦੇ ਵਿੱਚ ਕੋਈ ਉਹਦੀ ਜ਼ਮਾਨਤ ਜਾ ਕੇ ਨਹੀਂ ਭਰਵਾਏਗਾ। ਸੋ ਇਹ ਆਪਣੇ ਆਪ ਦੇ ਵਿੱਚ ਮਿਸਾਲੀ ਫੈਸਲਾ ਕਿ ਸਾਰਾ ਪਿੰਡ ਇਕਜੁੱਟ ਹੋਇਆ। ਹਾਲਾਂਕਿ ਉੱਥੇ ਪਿੰਡ ਦੇ ਵਿੱਚ ਚੌਂਕੀ ਵੀ ਹੈ, ਚੌਂਕੀ ਜਾ ਕੇ ਉਹਨਾਂ ਨੇ ਮਤਾ ਵੀ ਦਿੱਤਾ ਆਪਣਾ, ਤੇ ਉੱਥੇ ਚੌਂਕੀ ਵਾਲੇ ਵੀ ਇਹ ਕਹਿੰਦੇ ਸੀਗੇ ਕਿ ਅਸੀਂ ਕੀ ਕਰੀਏ। ਮੇਰੇ ਸਾਹਮਣੇ ਇਹ ਗੱਲਾਂ ਹੋ ਰਹੀਆਂ ਸੀਗੀਆਂ, ਉਹ ਕਹਿੰਦੇ ਜੀ ਕਿ ਅਸੀਂ ਕੀ ਕਰੀਏ, ਤੁਹਾਡੇ ਲੋਕ ਹੀ ਛਡਾ ਲੈਂਦੇ ਆ। ਪਰ ਪਿੰਡ ਵਾਲਿਆਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚੋਂ ਕੋਈ ਨਹੀਂ ਆਏਗਾ, ਜਿਹੜਾ ਆਏਗਾ ਉਹਨੂੰ ਵੀ ਤੁਸੀਂ ਨਾਲ ਰੱਖੋ, ਉਹਨੂੰ ਵੀ ਸਮਝੋ ਕਿ ਇਹ ਵੀ ਨਸ਼ੇ ਦੇ ਕਾਰੋਬਾਰੀ ਦਾ ਹਿੱਸੇਦਾਰ ਆ। ਸੋ ਇਹ ਪਿੰਡ ਨੇ ਵੈਸੇ ਇੱਕ ਪਹਿਲ ਬਹੁਤ ਵਧੀਆ ਕੀਤੀ ਹੈ, ਤੇ ਮੈਨੂੰ ਲੱਗਦਾ ਕਿ ਹਰੇਕ ਪਿੰਡ ਨੂੰ ਇਸ ਤਰ੍ਹਾਂ ਦਾ ਜਿਹੜਾ ਇੱਕ ਏਕਤਾ ਵਾਲਾ ਪ੍ਰਦਰਸ਼ਨ ਕਰਨਾ ਚਾਹੀਦਾ, ਕਿਉਂਕਿ ਇਹਨਾਂ ਲੋਕਾਂ ਦੇ ਜਿਹੜੇ ਮੌਤ ਦੇ ਕਾਰੋਬਾਰ ਨਾਲ ਜੁੜੇ ਲੋਕ ਆ, ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕ ਹੈ, ਇਹਨਾਂ ਦੀ ਜ਼ਰੂਰਤ ਹੈ ਜਿਹੜੀ ਬੜੀ ਘੱਟ ਹੁੰਦੀ ਹੈ। ਜੇਕਰ ਇਸ ਤਰ੍ਹਾਂ ਦਾ ਏਕਾ ਕਰ ਲੈਣ ਹਰੇਕ ਪਿੰਡ ਦੇ ਵਿੱਚ, ਕੋਈ ਭਾਵੇਂ 5-7 ਬੰਦੇ ਹੀ ਕਰ ਲੈਣ ਕਿ ਨਹੀਂ ਅਸੀਂ ਵਿਕਣ ਦੇਵਾਂਗੇ, ਤਾਂ ਮੈਨੂੰ ਲੱਗਦਾ ਕਿ ਇਹਨਾਂ ਦੇ ਹੌਸਲੇ ਜਲਦੀ ਪਸਤ ਹੋ ਜਾਣਗੇ। ਜੀ 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 ਤੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲਬਾਤ ਕਰਦੇ ਹਾਂ ਬਾਪੂ ਸੂਰਜ ਸਿੰਘ ਹੁਣਾਂ ਦੀ ਜਿਹੜੀ ਆ ਭੁੱਖ ਹੜਤਾਲ ਆ, ਉਸ ਦੇ ਬਾਰੇ ਕੀ ਲੇਟੈਸਟ ਅਪਡੇਟ ਹੈਗੀ ਹੈ ਜੀ? ਦੇਖੋ ਜੀ, ਉਹਨਾਂ ਦੀ ਹੜਤਾਲ ਹੈ ਜਿਹੜੀ ਉਹ ਨਿਰੰਤਰ ਜਾਰੀ ਹੈ। ਵੈਸੇ ਉਹ ਮੈਨੂੰ ਲੱਗਦਾ ਹਸਪਤਾਲ ਦੇ ਵਿੱਚ ਐਡਮਿਟ ਨੇ, DMC ਹਸਪਤਾਲ ਹੈ ਸ਼ਾਇਦ ਲੁਧਿਆਣੇ ਦਾ, ਉੱਥੇ ਨੇ, ਤੇ ਉਹ ਦੱਸਦੇ ਆ ਕਿ ਹੁਣ ਉਹਨਾਂ ਦੀ ਸਿਹਤ ਹੈ ਜਿਹੜੀ ਥੋੜੀ ਅੱਗੇ ਨਾਲੋਂ ਥੋੜੀ ਸਿਹਤਯਾਬ ਹੈ, ਕਿਉਂਕਿ ਉਹਨਾਂ ਨੂੰ ਦਵਾਈ ਵਗੈਰਾ ਜਿਹੜੀ ਉੱਥੇ ਦਿੱਤੀ ਜਾ ਰਹੀ ਹੈ ਨਿਰੰਤਰ। 383ਵਾਂ ਦਿਨ ਹੈ ਜੀ ਅੱਜ ਉਹਨਾਂ ਦੀ ਹੜਤਾਲ ਦਾ। ਜੇ ਆਪਾਂ ਪਿੱਛੋਂ ਲਾ ਕੇ ਲਾਈਏ ਤਾਂ ਹੁਣ ਠੀਕ ਹੈ ਕਿ ਥੋੜਾ ਉਹਨਾਂ ਦਾ ਸਿਹਤ ਦੇ ਵਿੱਚ ਥੋੜਾ ਫਰਕ ਪਿਆ, ਪਰ ਹੜਤਾਲ ਉਹਨਾਂ ਦੀ ਉਸੇ ਤਰ੍ਹਾਂ ਹੀ ਜਾਰੀ ਹੈ। ਮੰਗਾਂ ਉਹੀ ਨੇ, ਔਰ ਕੁਝ ਰਿਹਾਈਆਂ ਵੀ ਹੋਈਆਂ ਬੀਤੇ ਦਿਨ, ਤੁਸੀਂ ਦੇਖਿਆ ਹੀ ਹੈ। ਤਾਂ ਕੁਝ ਸਫਲਤਾ ਤੇ ਲੱਗੀ ਹੈ, ਭਾਵੇਂ ਅੰਸ਼ਕ ਸਫਲਤਾ ਹੈ, ਮਾੜੀ ਮੋਟੀ ਹੈ, ਅੰਸ਼ਕ ਮਾਤਰਾ ਸਫਲਤਾ ਤੇ ਹੱਥ ਲੱਗ ਰਹੀ ਹੈ, ਪਰ ਹੜਤਾਲ ਦਾ ਏਡਾ ਲੰਮਾ ਚਲੇ ਜਾਣਾ ਔਰ ਕੁਝ ਇਸ ਦਾ ਠੋਸ ਹੱਲ ਨਾ ਨਿਕਲਣਾ, ਉਹ ਚਿੰਤਾ ਦਾ ਵਿਸ਼ਾ ਹੈ ਕਿ ਸਰਕਾਰ ਹਾਲੇ ਵੀ ਜਿਹੜੀ ਹੈ ਉਹਦਾ ਰਵੱਈਆ ਜਿਹੜਾ ਬਿਲਕੁਲ ਜਿਵੇਂ ਕਹਿ ਸਕਦੇ ਹਾਂ ਕਿ ਲਾਪਰਵਾਹੀ ਵਾਲਾ, ਚਾਹੇ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ। ਹਾਂ, ਹੁਣ ਜੇਕਰ ਇਹ ਹੜਤਾਲ ਥੋੜੀ ਹੋਰ ਅੱਗੇ ਜਾਂਦੀ ਹੈ, ਜਿਵੇਂ ਇਲੈਕਸ਼ਨ ਦਾ ਟਾਈਮ ਆਏਗਾ, ਜਿਵੇਂ ਨੇੜੇ ਆਏਗਾ, ਤਾਂ ਸ਼ਾਇਦ ਉਦੋਂ ਇਸ ਮੰਗ ਤੇ ਇੱਕ ਦਬਾਅ ਬਣੇਗਾ, ਖਾਸ ਤੌਰ ਤੇ ਅਕਾਲੀ ਦਲ ਤੇ ਇੱਕ ਦਬਾਅ, ਪ੍ਰੈਸ਼ਰਾਈਜ਼ ਹੋਣਗੇ ਅਕਾਲੀ ਕਿ ਇਸ ਮੰਗ ਲਈ ਵੀ ਉਹ ਸੰਜੀਦਾ ਕਦਮ ਚੁੱਕਣ। ਨਹੀਂ ਤਾਂ ਇਹ ਵੀ ਇੱਕ ਵਿਸ਼ਾ ਬਣੇਗਾ ਚੋਣਾਂ ਦੇ ਵਿੱਚ, ਪੰਥਕ ਏਜੰਡੇ ਦੇ ਵਿੱਚ, ਤੇ ਖਾਸ ਤੌਰ ਤੇ ਮੁੱਦਾ ਜਿਹੜਾ ਫਿੱਟ ਬੈਠੇਗਾ ਔਰ ਇਹਦੇ ਤੇ ਲਾਜ਼ਮੀ ਜਿਹੜੀ ਸਿਆਸਤ ਮੰਗੇਗੀ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਦੇ ਬਾਰੇ ਵਿਸਥਾਰ 'ਚ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਆਪਾਂ ਗੱਲਬਾਤ ਕਰ ਰਹੇ ਸੀ ਮਿੰਟੂ ਗੁਰਸਰੀਆ ਜੀ ਦੇ ਨਾਲ, ਜੋ ਕਿ ਸਾਡੇ ਨਾਲ ਅੱਜ ਦੇ ਦਿਨ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਦੇ ਵਿੱਚ ਉਹ ਜੁੜਦੇ ਨੇ। ਤੇ ਹੁਣ ਤੁਹਾਡੇ ਲਈ ਜਾਣ ਤੋਂ ਪਹਿਲਾਂ ਪੇਸ਼ ਕਰਦੇ ਹਾਂ ਤੀਸਮਰ ਖਾਂ ਹੋਣਾ ਦਾ ਲਿਖਿਆ ਹੋਇਆ ਅੱਜਨਾਮਾ। ਸੈਲਫੀ ਦਾ ਥਾਂ ਥਾਂ ਪਵੇ ਰੌਲਾ, ਪਾਗਲ ਕਰੀ ਜਾਵੇ ਸੈਲਫੀ ਲੋਕ ਮੀਆਂ, ਜਾਂਦਾ ਚੱਕਰ ਵਿਦੇਸ਼ ਜਦ ਲਾਉਣ ਮੋਦੀ, ਕਰਦਾ ਸੈਲਫੀਆਂ ਦਾ ਸੌਦਾ ਥੋਕ ਮੀਆਂ, ਇੱਥੇ ਖਾਨ ਸਲਮਾਨ ਵੀ ਕਰੇ ਸੈਲਫੀ, ਨਾਲ ਨੱਚਦੇ ਜਾਣ ਕਈ ਬੋਕ ਮੀਆਂ, ਭੇਡ ਚਾਲ ਜਵਾਨੀ ਹੁਣ ਪਈ ਫਿਰਦੀ, ਸੈਲਫੀ ਦਿੰਦੀ ਹੈ ਭੇਜ ਪਰਲੋਕ ਮੀਆਂ, ਤਮਿਲਨਾਡੂ ਦੇ ਵਿੱਚ ਕੋਈ ਕੱਲ ਛੋਰਾ, ਆਉਂਦੀ ਰੇਲ ਮੂਰੇ ਸੈਲਫੀ ਲੈਣ ਲੱਗਾ, ਕਰਕੇ ਡੱਕਰੇ ਨਿਕਲ ਗਈ ਰੇਲ ਗੱਡੀ, ਘਰ ਵਿੱਚ ਚੀਕ ਚਹਾੜਾ ਸੀ ਪੈਣ ਲੱਗਾ। ਤੇ ਸਰੋਤਿਓ, ਇੱਥੇ ਹੀ ਸਾਡਾ ਹੁਣ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।